नहीं सी उन्होंने उधरों आए ने खेडते मैं वेखण दिया मैनू नहीं पता साला हमला ही मेरे ते होंदे आए ਤੇ ਅਸੀਂ ਉਰੇ ਆਏ 2-3 ਜਣੇ ਆਏ ਫਿਰ ਉਹਦੇ ਬਾਅਦ ਅਸੀਂ ਗਰੁੱਪਾਂ 'ਚ ਪਾਇਆ ਵੀ ਮੈਸੇਜ ਪਾਇਆ ਵੀ ਬਾਪੂ ਜੀ ਨੂੰ ਤੰਗ ਕਰ ਰਹੇ ਆ। ਉਸ ਤੋਂ ਬਾਅਦ ਜਿਹੜਾ ਇੱਥੇ ਸਮਾਨ ਪਿਆ ਸੀਗਾ ਉਹ ਪੁਲਿਸ ਵਾਲੇ ਕਹਿ ਰਹੇ ਵੀ ਇਹਨੂੰ ਚੱਕੋ ਸਮਾਨ ਨੂੰ। ਅਸੀਂ ਕਿਹਾ ਚਲੋ ਠੀਕ ਹੈ ਸਮਾਨ ਅਸੀਂ ਚੱਕ ਲੈਂਦੇ ਹਾਂ। ਫਿਰ ਬਾਪੂ ਜੀ ਨੂੰ ਥੋੜ੍ਹੀ ਦੇਰ ਬਾਪੂ ਜੀ ਉਰੇ ਬੈਠੇ ਇਹਦੇ ਕੱਪੜੇ ਪਏ ਕਹਿੰਦੇ ਬਾਪੂ ਜੀ ਨੂੰ ਵੀ ਸਾਈਡ ਬਿਠਾਓ। ਮੈਂ ਕਿਹਾ ਅਸੀਂ ਕਿਉਂ ਬਿਠਾਈਏ ਸਾਈਡ, ਬਾਪੂ ਜੀ ਸਾਡੇ ਰੋਜ਼ ਖੜਦੇ ਧੁੱਪਾਂ 'ਚ ਬੈਠਦੇ ਆ। ਜਿਹੜੇ ਮੋਰਚੇ ਨੂੰ ਚੱਕਣੇ ਵਾਸਤੇ ਬਾਪੂ ਜੀ ਦਾ ਪਹਿਲਾ ਹਮਲਾ ਬਾਪੂ ਜੀ ਤੇ ਕਰਿਆ, ਜੇ ਬਾਪੂ ਜੀ ਤੇ ਕਰਦੇ ਫਿਰ ਦੂਜਾ ਹਮਲਾ ਸਾਡੇ ਸਾਰਿਆਂ ਤੇ ਕਰਦੇ। ਪਰ ਸਾਡਾ ਤਾਂ ਬਾਪੂ ਜੀ ਇਹ ਹੈ, ਘਰ ਤਾਂ ਜੋ ਵੀ ਹੈ ਸਾਡਾ ਇਹ ਮੋਰਚਾ ਇਹੀ ਬਾਪੂ ਜੀ ਹੈ। ਇੱਥੇ ਜਿਹੜੇ ਬੈਠਦੇ ਆ ਉਹਨਾਂ ਨੂੰ ਪ੍ਰੋਬਲਮ ਹੁੰਦੀ, ਵੀਆਈਪੀਆਂ ਨੂੰ ਪ੍ਰੋਬਲਮ ਹੁੰਦੀ ਹੈ, ਤਾਂ ਕਰਕੇ ਬਾਪੂ ਜੀ ਨੂੰ ਕਹਿੰਦੇ ਵੀ ਚੱਕੋ ਰੇ ਕਿਉਂ ਬੈਠੇ ਆ ਉਰੇ। ਜੋ ਕੋਈ ਕੰਪਲੇਂਟ ਕਰਦਾ ਇਸ ਸੰਬੰਧ ਦੇ ਵਿੱਚ ਉਹ ਮਤਲਬ ਪ੍ਰਸ਼ਾਸਨ ਤੋਂ ਆ ਜਾਂ ਕੀ, ਜਾਂ ਇਹਨਾਂ ਨਾਲ ਕੋਈ ਨਿੱਜੀ ਰੰਜਿਸ਼ ਤਾਂ ਨਹੀਂ ਉਹਨਾਂ ਦੀ? ਅੱਧੇ ਪ੍ਰਸ਼ਾਸਨ ਦੇ ਵੀ ਹੈ, ਅੱਧੇ ਮੋਦੀ ਭਗਤ ਵੀ ਹੈ ਜੀ। ਇਹ ਮਟਕਾ ਚੌਕ ਇੱਕ ਵੀਆਈਪੀ ਚੌਕ ਹੈ ਜਿਸ 'ਚ ਜੱਜ ਵੀ ਆਉਂਦੇ ਨੇ। ਹਰੇਕ ਆਮ ਬੰਦਾ ਜੋ ਵੀ ਜੌਬ ਕਰਨ ਜਾਂਦਾ, ਹਾਈ ਕੋਰਟ ਜਾਂਦਾ, ਉਹ ਇੱਥੋਂ ਤੋਂ ਹੀ ਜਾਂਦਾ ਹੈ। ਠੀਕ ਹੈ, ਤਾਂ ਕਰਕੇ ਬਾਪੂ ਜੀ ਸਾਹਮਣੇ ਬੈਠੇ ਹੁੰਦੇ, ਹਰੇਕ ਦੀ ਅੱਖਾਂ 'ਚ ਰੱਖਦੇ ਆ ਵੀ ਆਹ ਕਿਸਾਨ ਬੈਠਿਆ ਆਪਣੇ ਧਰਨੇ ਤੇ। ਚਾਹੇ ਸਰਕਾਰ ਜਿੰਨੀ ਮਰਜ਼ੀ ਹਰਕਤ ਕਰ ਲੇ ਅਸੀਂ ਵੀ ਨਹੀਂ ਹਟਦੇ। ਜਿਸ ਤਰ੍ਹਾਂ ਸਰਕਾਰ ਚੱਲਦੀ ਹੋਈ ਅਸੀਂ ਵੀ ਉਸ ਤਰ੍ਹਾਂ ਚੱਲਾਂਗੇ। ਕੱਲ੍ਹ ਇੱਥੇ ਬੋਰਡ ਲਾਇਆ ਸੀਗਾ ਇੱਕ, ਅਸੀਂ ਤਾਂ ਹਿੰਦੂ ਨੂੰ ਵੀ ਭਰਾ ਮੰਨਦੇ ਆ, ਸਿੱਖ ਤਾਂ ਅਸੀਂ ਹੈ ਹੀ ਹੈ, ਕ੍ਰਿਸਚਨ ਵਗੈਰਾ ਸਾਨੂੰ ਭਰਾ ਮੰਨਦੇ ਆ। ਪਰ ਇੱਥੇ ਕੀ ਹੈ, ਕਈ ਬੀਜੇਪੀ ਦੇ ਮੈਂਬਰ ਹੈ ਉਹ ਬੋਰਡ ਇੱਦਾਂ ਦਾ ਲਾਉਂਦੇ ਆ ਵੀ ਉੱਥੇ ਹਿੰਦੂ ਲਿਖਿਆ ਹੁੰਦਾ, ਹਿੰਦੂ ਨਵਰਾਤਰੇ ਇਹ ਉਹ। ਪਰ ਇਹ ਅੱਜ ਤੋਂ ਮੈਂ ਪਹਿਲੀ ਵਾਰ ਦੇਖਿਆ ਜੇ ਮਟਕਾ ਚੌਕ 'ਤੇ ਇੱਕ ਬੋਰਡ ਲੱਗਿਆ ਹੋਇਆ ਸੀਗਾ ਔਰ ਕੱਲ੍ਹ ਪੁਲਿਸ ਪ੍ਰਸ਼ਾਸਨ ਨੇ ਤਾਰਿਆ। ਅਸੀਂ ਉੱਥੇ ਵਿਸਾਖੀ ਦਾ ਲਾਣਾ ਸੀਗਾ ਉਹਦੇ ਨਾਲ, ਜੇ ਇਹ ਲਾ ਸਕਦੇ ਅਸੀਂ ਨਹੀਂ ਲਾ ਸਕਦੇ। ਸਾਨੂੰ ਨਾ ਕਰੀ ਜਾਂਦੇ ਆ ਉਰੇ ਝੰਡਾ ਲਾਣੇ ਤੇ। ਅਸੀਂ ਚਲੋ ਕੋਈ ਨਾ ਸਰਕਾਰ ਆ ਆਪਾਂ ਕੀ ਕਰੀਏ, ਉਰੇ ਨਹੀਂ ਲਾਵਾਂਗੇ ਆਪਣੀ ਸੇਫਟੀ ਵਾਸਤੇ। ਪਰ ਇਹ ਤਾਂ ਆਪਣੇ ਝੰਡੇ ਲਾਈ ਜਾਂਦੇ, ਆਪਣੇ ਬੈਨਰ ਲਾਈ ਜਾਂਦੇ ਆ ਉਰੇ। ਪੁਲਿਸ ਪ੍ਰਸ਼ਾਸਨ ਤਾਂ ਕੰਮ ਕੀ ਕਰਨ ਦਾ ਯਤਨ ਕਰਦਾ, ਸਾਰੇ ਤੁਹਾਡੀ ਸਪੋਰਟ ਵਿੱਚ ਆ ਜਾਂਦੇ ਆ, ਕਿਸ ਤਰ੍ਹਾਂ ਦਾ ਹੌਸਲਾ ਬਣਦਾ ਫਿਰ? ਜਦੋਂ ਬਾਬਾ ਬਣਦਾ ਬੰਦਾ ਹੌਸਲਾ ਦਿੰਦਾ ਫਿਰ ਉਹ ਬੰਦਾ ਤੂਣਾ ਹੋ ਜਾਂਦਾ। ਦੋ ਲੜਦੇ ਹੁੰਦੇ ਨੇ ਕਿ ਮਗਰੋਂ ਆਖੇ ਮੈਂ ਆਇਆ ਪਰਵਾਹ ਨਾ ਕਰ, ਤੂੰ ਜਦ ਭੱਜ ਜਾਂਦਾ ਬਾਰੀ। ਲੰਮੇ ਸਮੇਂ ਤੋਂ ਭਾਰਤ ਦੇ ਵਿੱਚ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਿਸਾਨ ਸੰਘਰਸ਼ ਕਰ ਰਹੇ ਨੇ। ਕਾਲੇ ਕਾਨੂੰਨ ਜੋ ਸਰਕਾਰ ਦੇ ਵੱਲੋਂ ਲੈ ਕੇ ਆਂਦੇ ਗਏ ਨੇ ਉਹਨਾਂ ਦੇ ਖਿਲਾਫ, ਤੇ ਉਸ ਦੇ ਸਮਰਥਨ ਦੇ ਵਿੱਚ ਜਿੱਥੇ ਕਿ ਵਿਦੇਸ਼ ਵਿੱਚ ਲੋਕਾਂ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ, ਉਸ ਤੋਂ ਬਾਅਦ ਦੇਸ਼ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਵਿੱਚ ਸਮਰਥਨ ਕੀਤਾ ਗਿਆ ਕਿਸਾਨ ਅੰਦੋਲਨ ਦਾ, ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਵੀ ਕਿਸਾਨਾਂ ਨੂੰ, ਸ਼ਹਿਰੀ ਲੋਕਾਂ ਦਾ ਵੀ ਸਮਰਥਨ ਜਿੱਥੇ ਮਿਲਿਆ। ਤਾਂ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਮਟਕਾ ਚੌਕ ਚੰਡੀਗੜ੍ਹ ਦੇ ਵਿੱਚ, ਜਿੱਥੇ ਸ਼ਹਿਰੀ ਲੋਕ ਜਿਹੜੇ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਨੇ। ਇਹ ਸਮਰਥਨ ਜਿਹੜਾ ਲੰਮੇ ਸਮੇਂ ਤੋਂ ਰੋਜ਼ ਲੋਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਇੱਥੇ ਬੈਨਰ ਲੈ ਕੇ ਹੱਥਾਂ ਦੇ ਵਿੱਚ ਸਮਰਥਨ ਕਰਦੇ ਨੇ ਕਿਸਾਨ ਅੰਦੋਲਨ ਦਾ। ਤੇ ਇੱਥੇ ਇੱਕ ਬਾਬਾ ਜੀ ਬੈਠਦੇ ਨੇ ਜਿਹੜੇ ਕਾਫੀ ਲੰਮੇ ਸਮੇਂ ਤੋਂ ਕਿਸਾਨ ਸੰਘਰਸ਼ ਨੂੰ ਸਮਰਥਨ ਦੇਣ ਦੇ ਲਈ ਇੱਕ ਝੰਡਾ ਲੈ ਕੇ ਇੱਥੇ ਬੈਠਦੇ ਨੇ। ਤੇ ਉਹਨਾਂ ਨੂੰ ਕੱਲ੍ਹ ਪੁਲਿਸ ਦੇ ਵੱਲੋਂ ਇੱਥੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹਨਾਂ ਵੱਲੋਂ ਇੱਥੇ ਕੁਝ ਰਸਦ ਰੱਖੀ ਗਈ ਸੀ ਅੱਜ ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਕਿ ਅੱਜ ਲੰਗਰ ਲਗਾਇਆ ਜਾਵੇਗਾ, ਜਿਸ ਦੇ ਚੱਲਦਿਆਂ ਕਿਸੇ ਵੱਲੋਂ ਉਹਨਾਂ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਤੇ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਇੱਥੋਂ ਚੁੱਕਣ ਦੀ ਕੋਸ਼ਿਸ਼ ਕਰਦਾ ਹੈ। ਕੀ ਘਟਨਾਕ੍ਰਮ ਹੁੰਦਾ, ਕਿਸ ਤਰ੍ਹਾਂ ਦੀ ਇੱਥੇ ਘਟਨਾ ਵਾਪਰਦੀ ਹੈ, ਉਸ ਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਸਾਡੇ ਨਾਲ ਬਾਬਾ ਜੀ ਵੀ ਮੌਜੂਦ ਨੇ ਤੇ ਮੌਕੇ ਤੇ ਜੋ ਲੋਕ ਮੌਜੂਦ ਸੀ ਜਿਨ੍ਹਾਂ ਨੇ ਇਹ ਘਟਨਾਕ੍ਰਮ ਦੇਖਿਆ, ਜੋ ਮੌਕੇ ਤੇ ਗਵਾਹ ਸੀ, ਉਹ ਵੀ ਲੋਕ ਮੌਜੂਦ ਨੇ। ਸੋ ਗੱਲਬਾਤ ਕਰਦੇ ਹਾਂ। ਬਾਬਾ ਜੀ, ਜੋ ਕੱਲ ਘਟਨਾਕ੍ਰਮ ਹੁੰਦਾ ਇੱਥੇ, ਤੁਹਾਨੂੰ ਪੁਲਿਸ ਇੱਥੋਂ ਚੱਕਣ ਲਈ ਆਂਦੀ ਹੈ, ਕੀ ਗੱਲਬਾਤ ਹੋਈ ਸੀ? ਇਹ ਤਾਂ ਕਈ ਥਾਣਿਆਂ ਦੀ ਪੁਲਿਸ ਦੀ, ਇੱਕ ਥਾਣੇ ਦੀ ਨਹੀਂ ਸੀ। ਉਹਨਾਂ ਨੇ ਉਧਰੋਂ ਆਏ ਨੇ ਖੇਡਦੇ ਮੈਂ ਵੇਖਣ ਡਿਆ ਮੈਨੂੰ ਨਹੀਂ ਪਤਾ ਸਾਲਾ ਹਮਲਾ ਹੀ ਮੇਰੇ ਤੇ ਹੁੰਦੇ ਆਏ। ਉਹ ਜੇਲੇ ਇੱਥੇ ਹਟਾਊ ਤਾਂ ਹੋਈ ਇਹ ਗੱਲ ਆ, ਉਧਰੋਂ ਆਏ ਨੇ ਛਿੜਕਾ। ਬਾਬਾ ਜੀ ਦਾ ਬੋਲਣ ਦੀ ਸਮਰੱਥਾ ਨਹੀਂ ਹੈ, ਮੌਸਮ ਦੀ ਬਦਲਾਵ ਕਾਰਨ ਗਲਾ ਖਰਾਬ ਹੈ। ਤੇ ਗੱਲਬਾਤ ਅਸੀਂ ਕਰਦੇ ਹਾਂ ਹੋਰ ਆਸੇ-ਪਾਸੇ ਲੋਕ ਜਿਹੜੇ ਘਟਨਾਕ੍ਰਮ ਦੇ ਮੌਕੇ ਕੱਲ ਜੋ ਹੋਇਆ ਵਾਪਰਿਆ ਉਸ ਸਮੇਂ ਜੋ ਇੱਥੇ ਮੌਜੂਦ ਸੀ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਕੌਣ ਤੁਹਾਡੇ ਵਿੱਚੋਂ ਇੱਥੇ ਸੀਗੇ ਉਸ ਸਮੇਂ? ਸਾਰੇ ਸੀਗੇ। ਤੇ ਤੁਸੀਂ ਇੱਧਰ ਆ ਜਾਓ। ਕੀ ਗੱਲਬਾਤ ਹੋਈ ਹੈ, ਇਹ ਸਾਰੀ ਘਟਨਾ ਕਿਸ ਤਰ੍ਹਾਂ ਵਾਪਰਦੀ ਹੈ? ਇਹ ਘਟਨਾ ਇਹ ਵਾਪਰਦੀ ਹੈ ਕਿ ਜਦ ਅਸੀਂ ਇੱਥੇ ਸਾਨੂੰ ਕਾਲ ਆਈ ਸੀਗੀ, ਅਸੀਂ ਲੇਕ ਤੇ ਕੋਈ ਮੀਟਿੰਗ 'ਚ ਸੀਗੇ,
ਇੱਥੇ ਬਾਪੂ ਜੀ ਨੂੰ ਕੋਈ ਕਾਲ ਆਈ ਵੀ ਬਾਪੂ ਜੀ ਨੂੰ ਤੰਗ ਕਰ ਰਹੇ ਪੁਲਿਸ ਵਾਲੇ। ਫਿਰ ਅਸੀਂ ਉਰੇ ਆਏ, 2-3 ਜਣੇ ਆਏ। ਫਿਰ ਉਹਦੇ ਬਾਅਦ ਅਸੀਂ ਗਰੁੱਪਾਂ 'ਚ ਪਾਇਆ ਵੀ ਮੈਸੇਜ ਪਾਇਆ ਵੀ ਬਾਪੂ ਜੀ ਨੂੰ ਤੰਗ ਕਰ ਰਹੇ ਆ। ਉਸ ਤੋਂ ਬਾਅਦ ਜਿਹੜਾ ਇੱਥੇ ਸਮਾਨ ਪਿਆ ਸੀਗਾ ਉਹ ਪੁਲਿਸ ਵਾਲੇ ਕਹਿ ਰਹੇ ਵੀ ਇਹਨੂੰ ਚੱਕੋ ਸਮਾਨ ਨੂੰ। ਅਸੀਂ ਕਿਹਾ ਚਲੋ ਠੀਕ ਹੈ ਸਮਾਨ ਅਸੀਂ ਚੱਕ ਲੈਂਦੇ ਹਾਂ। ਫਿਰ ਬਾਪੂ ਜੀ ਨੂੰ ਥੋੜ੍ਹੀ ਦੇਰ ਬਾਪੂ ਜੀ ਉਰੇ ਬੈਠੇ, ਇਹਦੇ ਕੱਪੜੇ ਪਏ, ਕਹਿੰਦੇ ਬਾਪੂ ਜੀ ਨੂੰ ਵੀ ਸਾਈਡ ਬਿਠਾਓ। ਮੈਂ ਕਿਹਾ ਅਸੀਂ ਕਿਉਂ ਬਿਠਾਈਏ ਸਾਈਡ, ਬਾਪੂ ਜੀ ਸਾਡੇ ਰੋਜ਼ ਖੜਦੇ ਧੁੱਪਾਂ 'ਚ ਬੈਠਦੇ ਆ। ਇਹਨਾਂ ਨੂੰ ਕੋਈ VIP ਦੀ ਕਾਲ ਆਈ ਸੀਗੀ, ਜੋ ਕਿ ਇਹਨਾਂ ਨੂੰ ਜਿਹੜੇ ਚੰਡੀਗੜ੍ਹ ਦੇ ਪ੍ਰਸ਼ਾਸਨ ਵਾਲੇ ਆ ਇਹਨਾਂ ਨੂੰ ਕਾਲ ਕੀਤੀ ਸੀ, ਕਮੇਟੀ ਵਾਲਿਆਂ ਨੂੰ, ਉਹ ਵੀ ਆਏ ਸੀਗੇ ਨਾਲ। ਜਦ ਉਰੇ ਬੰਦੇ ਇਕੱਠੇ ਹੋਏ ਤਾਂ ਉਹ ਨੱਠ ਗਏ, ਪੁਲਿਸ ਵਾਲਿਆਂ ਤੇ ਸਾਰੀ ਗੱਲ ਘੇਰਤੀ ਇਹਨਾਂ ਨੇ। ਇਹ ਪਹਿਲੀ ਵਾਰੀ ਇਸ ਤਰ੍ਹਾਂ ਘਟਨਾ ਵਾਪਰੀ? ਕਿੰਨੇ ਸਮੇਂ ਤੋਂ ਇੱਥੇ ਬੈਠ ਰਹੇ ਨੇ ਬਾਪੂ ਜੀ? ਕਿੰਨੀ ਪਹਿਲਾਂ ਵੀ ਕਦੀ ਇਸ ਤਰ੍ਹਾਂ ਦੀ ਧਮਕੀ ਜਾਂ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰਨ ਦਾ ਯਤਨ ਕੀਤਾ ਗਿਆ? ਨਹੀਂ, ਮਟਕਾ ਚੌਂਕ 'ਚ ਤਾਂ ਕਾਫੀ ਵਾਰੀ 3-4 ਵਾਰੀ ਹੋ ਲਈ ਇਹ ਘਟਨਾ। ਪਰ ਜਿਹੜੇ ਮੋਰਚੇ ਨੂੰ ਚੱਕਣੇ ਵਾਸਤੇ ਬਾਪੂ ਜੀ ਦਾ ਪਹਿਲਾ ਹਮਲਾ ਬਾਪੂ ਜੀ ਤੇ ਕਰਿਆ। ਜੇ ਬਾਪੂ ਜੀ ਤੇ ਕਰਦੇ ਫਿਰ ਦੂਜਾ ਹਮਲਾ ਸਾਡੇ ਸਾਰਿਆਂ ਤੇ ਕਰਦੇ। ਪਰ ਸਾਡਾ ਤਾਂ ਬਾਪੂ ਜੀ ਇਹ ਹੈ, ਘਰ ਤਾਂ ਜੋ ਵੀ ਹੈ ਸਾਡਾ ਇਹ ਮੋਰਚਾ ਇਹੀ ਬਾਪੂ ਜੀ ਹੈ। ਇੱਥੇ ਜਿਹੜੇ ਬੈਠਦੇ ਆ ਉਹਨਾਂ ਨੂੰ ਪ੍ਰੋਬਲਮ ਹੁੰਦੀ, VIPਆਂ ਨੂੰ ਪ੍ਰੋਬਲਮ ਹੁੰਦੀ ਹੈ, ਤਾਂ ਕਰਕੇ ਬਾਪੂ ਜੀ ਨੂੰ ਕਹਿੰਦੇ ਵੀ ਚੱਕੋ ਉਰੇ ਕਿਉਂ ਬੈਠੇ ਆ ਉਰੇ। ਹੁਣ ਬਾਪੂ ਜੀ ਉਰੇ ਕੱਪੜੇ, ਹੁਣ ਬਾਪੂ ਛਤਰੀ ਵੀ ਲਾਣੇ ਤੋਂ ਮਨਾ ਕਰਤੀ ਸੀਗੀ ਇਹਨਾਂ ਨੇ, ਅਸੀਂ ਛਤਰੀ ਵੀ ਜ਼ਬਰਦਸਤੀ ਲਾਈ ਹੋਵੇ। ਜੋ ਕੋਈ ਕੰਪਲੇਂਟ ਕਰਦਾ ਇਸ ਸੰਬੰਧ ਦੇ ਵਿੱਚ ਉਹ ਮਤਲਬ ਪ੍ਰਸ਼ਾਸਨ ਤੋਂ ਆ ਜਾਂ ਕੀ, ਜਾਂ ਇਹਨਾਂ ਨਾਲ ਕੋਈ ਨਿੱਜੀ ਰੰਜਿਸ਼ ਤਾਂ ਨਹੀਂ ਉਹਨਾਂ ਦੀ? ਅੱਧੇ ਪ੍ਰਸ਼ਾਸਨ ਦੇ ਵੀ ਹੈ, ਅੱਧੇ ਮੋਦੀ ਭਗਤ ਵੀ ਹੈ ਜੀ, ਜਿਵੇਂ ਤੋਂ BJP ਵਾਲੇ ਜਾਂਦੇ ਆ। ਕਿਉਂ ਇਹ ਮਟਕਾ ਚੌਕ ਇੱਕ VIP ਚੌਂਕ ਹੈ, ਜਿਸ 'ਚ ਜੱਜ ਵੀ ਆਉਂਦੇ ਨੇ। ਹਰੇਕ ਆਮ ਬੰਦਾ ਜੋ ਵੀ ਜੋਬ ਕਰਨ ਜਾਂਦਾ, ਹਾਈ ਕੋਰਟ ਜਾਂਦਾ, ਉਹ ਇੱਥੋਂ ਤੋਂ ਹੀ ਜਾਂਦਾ ਹੈ, ਠੀਕ ਹੈ। ਤਾਂ ਕਰਕੇ ਬਾਪੂ ਜੀ ਸਾਹਮਣੇ ਬੈਠੇ ਹੁੰਦੇ, ਹਰੇਕ ਦੀ ਅੱਖਾਂ 'ਚ ਰੱਖਦੇ ਆ ਵੀ ਆਹ ਕਿਸਾਨ ਬੈਠਿਆ ਆਪਣੇ ਧਰਨੇ ਤੇ, ਇਹ ਵੀ ਕਿਉਂ ਬੈਠਿਆ ਏ। ਅਸੀਂ ਸ਼ਾਮ ਨੂੰ ਤਾਂ ਲਾਉਂਦੇ ਆ, ਕਾਫੀ ਜਣੇ ਜੋ ਇੱਥੇ 500-600 ਲੋਕ ਆਉਂਦੇ ਆ ਸ਼ਾਮ ਨੂੰ। ਪਰ ਉਹਨਾਂ ਨੂੰ ਇਹ ਮੇਨ ਕੰਮ ਸੀਗਾ ਵੀ ਬਾਪੂ ਜੀ ਕਿਉਂ ਬੈਠੇ ਆ ਉਰੇ, ਇਹ ਉਹਨਾਂ ਨੂੰ ਰੜਕ ਸੀਗੀ। ਉਹਨਾਂ ਨੇ ਫਿਰ ਕਾਲ ਕੀਤੀ ਉਹਨਾਂ ਨੂੰ, ਅਸੀਂ ਪੁਲਿਸ ਨੂੰ ਵੀ ਕਿਹਾ ਸਾਨੂੰ ਸਬੂਤ ਦਿਖਾਓ, ਪਰ ਕੁਛ ਵੀ ਸਬੂਤ ਨਹੀਂ ਦਿਖਾਇਆ ਸਾਨੂੰ। ਜਦੋਂ ਪੁਲਿਸ ਇੱਥੇ ਆਉਂਦੀ ਆ ਕੀ ਕੀਤਾ ਜਾਂਦਾ ਇੱਥੇ ਆ ਕੇ? ਕਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ ਕਿ ਆਫ ਰਿਕਾਰਡ ਕੇ ਕੁਝ ਖਿੱਚਾ ਤੂੰ ਵੀ ਹੁੰਦੀ ਹੈ ਇੱਥੇ? ਅਸੀਂ ਨੀਚੇ ਚਾਦਰ ਵਿਛਾਈ ਹੋਈ ਸੀ ਬਾਪੂ ਦੀ, ਉਹ ਕਾਫੀ ਜਣੇ ਵਿੱਚ ਆ ਕੇ ਸਰਦਾਰ ਜੀ ਸੀਗੇ, ਉਹਨਾਂ ਖਿੱਚ ਕੇ ਚਾਦਰ ਵੀ ਪਾੜੀ ਬਾਪੂ ਜੀ ਨੂੰ, ਫਿਰ ਖਿੱਚਿਆ ਵੀ ਚੱਲ ਤੂੰ ਸਾਈਡ ਤੇ। ਅਸੀਂ ਸਾਰੇ ਆ ਗਏ ਸੀਗੇ, ਅਸੀਂ ਬਾਪੂ ਨੂੰ ਉੱਥੇ ਮਤਲਬ ਕਿ ਚਾੜ ਨਹੀਂ ਦਿੱਤਾ। ਅਸੀਂ ਬਾਪੂ ਜੀ ਦੇ ਨਾਲ ਅਸੀਂ ਜਾਵਾਂਗੇ ਤੇ ਬਾਪੂ ਜੀ ਦੇ ਨਾਲ ਜਾਵਾਂਗੇ। ਤੇ ਜਦੋਂ ਫਿਰ ਤੁਹਾਡੇ ਨਾਲ ਉਹਨਾਂ ਦੀ ਬਹਿਸ ਹੁੰਦੀ ਹੈ, ਜੇ ਗੱਲਬਾਤ ਹੁੰਦੀ ਹੈ, ਕੀ ਸਿੱਟਾ ਨਿਕਲਦਾ ਕੀ ਆ? ਕੀ ਉਹ ਚੁੱਪਚਾਪ ਚਲੇ ਜਾਂਦੇ ਜਾਂ ਕਾਰਵਾਈ ਦੁਬਾਰਾ ਕਰਨ ਦਾ ਕਹਿ ਕੇ ਜਾਂਦੇ ਆ? ਨਹੀਂ, ਉਹ ਕਹਿੰਦੇ ਆ ਵੀ ਛਤਰੀ ਨਹੀਂ ਲਾਣੀ, ਇਹ ਨਹੀਂ ਲਾਣੀ। ਹੁਣ ਸਾਡੇ 'ਚ ਪਬਲਿਕ ਜ਼ਿਆਦਾ ਹੋ ਗਈ ਸੀ ਤਾਂ ਪੁਲਿਸ ਵਾਲੇ ਫਿਰ ਐਂ ਜਾਣਾ ਪਿਆ ਉਹਨਾਂ ਨੂੰ ਵੀ ਸਾਡੀ ਕਿਉਂ, ਅਸੀਂ ਜਾਣ ਵੀ ਨਹੀਂ ਦਿੰਦੇ। ਅਸੀਂ ਜੇ ਉਰੇ ਲੰਬੇ ਪੈ ਜਾਾਂਗੇ, ਪਰ ਅਸੀਂ ਇਹ ਬਾਪੂ ਜੀ ਨੂੰ ਨਾ ਉੱਠਣ ਦੇਵਾਂਗੇ, ਨਾ ਇਹਨਾਂ ਦਾ ਸਮਾਨ ਜਿਹੜਾ ਵੇ ਛਤਰੀ। ਹਾਂ, ਜੋ ਰੂਲ ਹੈ ਆਪਾਂ ਰੂਲ ਦੇ ਅਕੋਰਡਿੰਗ ਆਪਾਂ ਸਮਾਨ ਜਿਹੜਾ ਪਿੱਛੇ ਰੱਖਦਾ, ਪਰ ਐਂ ਥੋੜ੍ਹੀ ਆ ਵੀ ਤੁਸੀਂ ਸਿਆਣਿਆਂ ਨੂੰ ਚੱਕੋਗੇ ਉਰੇ। ਨਾਲੇ ਉਹ ਸਿਆਣਾ ਕਿਹੜਾ ਘਰੋਂ ਤੋਂ ਖਾ ਕੇ ਜਾਂ ਕੁਝ ਬਣਾ ਬਣੂ ਕੇ ਦੇ, ਉਹ ਆਪ ਖਾਂਦਾ ਆਪ ਬਣਾਉਂਦਾ। ਤੁਹਾਨੂੰ ਇਹ ਵੀ ਤਕਲੀਫ ਹੈ ਵੀ ਹਾਂ ਯਾਰ ਇਹ ਬੈਠੇ ਉਰੇ। ਲੰਮੇ ਸਮੇਂ ਤੋਂ ਕਿਸਾਨ ਸੰਘਰਸ਼ ਕਰ ਰਹੇ ਆ, ਸਰਕਾਰ ਨੇ ਬੜੇ ਹੱਥਕੰਡੇ ਵਰਤੇ ਤੇ ਆਪਾਂ ਦੇਖਦੇ ਹਾਂ ਕੁਝ ਪਿਛਲੇ ਸਮੇਂ ਦੇ ਵਿੱਚ ਲੱਖਾਂ ਸਿਧਾਣਾ ਦੇ ਭਰਾ ਨੂੰ ਪੰਜਾਬ ਦੇ ਵਿੱਚੋਂ ਚੱਕਣ ਦਾ ਯਤਨ ਕੀਤਾ ਜਾਂਦਾ ਹੈ, ਤੁਹਾਨੂੰ ਇੱਥੇ ਧੱਕੇ ਨਾਲ ਚੱਕਣ ਦਾ ਯਤਨ ਕੀਤਾ ਜਾਂਦਾ ਹੈ। ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਘਟਨਾਵਾਂ ਨੂੰ? ਇਹ ਤਾਂ ਜੀ ਤੁਹਾਨੂੰ ਪਤਾ ਹੀ ਹੈ, BJP ਸਰਕਾਰ ਹੈ, ਇਹ ਤਾਂ ਹਰਕਤ ਕਰੂਗੀ। ਜੇ ਆਪਾਂ ਕੋਈ ਵੀ ਸਾਡੇ ਭਰਾ ਭੈਣ ਕੋਈ ਵੀ ਅੱਗੇ ਆਊਗੀ, ਇਹ ਤਾਂ ਹਰਕਤ ਇਹਨਾਂ ਨੇ ਕਰਨੀ ਹੈ, ਚਾਹੇ ਉਹ ਬਾਪੂ ਹੈ, ਚਾਹੇ ਅਸੀਂ ਹੈ, ਚਾਹੇ ਮਟਕਾ ਚੌਂਕ 'ਚ ਹਰੇਕ, ਜਾਂ ਦਿੱਲੀ 'ਚ। ਤੁਹਾਨੂੰ ਪਤਾ ਹੀ ਹੈ ਇਹ ਸਾਰਾ ਕੁਝ, ਇਹ ਸਾਰਾ BJP ਸਰਕਾਰ ਦਾ ਹੈ ਬਾਈ। ਵੋਟਾਂ ਲੈਣੇ ਵਾਸਤੇ ਤੁਹਾਨੂੰ ਪਤਾ ਹੈ ਅੱਗੇ ਆ ਜਾਂਦੇ ਹਰੇਕ, ਇਹਨਾਂ ਦਾ ਆਪ ਦਾ ਤੁਹਾਨੂੰ ਪਤਾ ਹੀ ਹੈ ਇਹਨਾਂ ਦੇ ਬਾਰੇ। ਜੇ ਸਰਕਾਰ ਇਸ ਤਰ੍ਹਾਂ ਦੇ ਕੋਈ ਯਤਨ ਕਰ ਰਹੀ ਆ ਤਾਂ ਤੁਹਾਨੂੰ ਕੀ ਲੱਗਦਾ ਹੱਲ ਕੀ ਹੋਵੇ? ਕਿਸ ਤਰ੍ਹਾਂ ਇਹ ਰੋਕਿਆ ਜਾ ਸਕਦਾ ਹੈ? ਕਿਸ ਤਰ੍ਹਾਂ ਕਿਸਾਨ ਸੰਘਰਸ਼ ਨੂੰ ਕਾਇਮ ਰੱਖਿਆ ਜਾ ਸਕਦਾ? ਦੇਖੋ ਜੀ, ਗੱਲ ਇਹ ਹੈ, ਇਹ ਜਿਹੜੇ ਕਾਲੇ ਕਾਨੂੰਨ ਹੈ ਜਿਹੜੇ ਇਹ ਵਾਪਸ ਲੈਣ, ਜਨਤਾ ਸ਼ਾਂਤ ਹੋ ਜੂਗੀ, ਆਪਣੇ ਘਰੇ ਲੈ ਜੂਗੀ। ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਲੋਕ ਹਟਣਗੇ। ਤੁਹਾਨੂੰ ਪਤਾ ਕਿਸਾਨ ਹੈ, ਕਿਸਾਨ ਇੱਕ ਰੱਬ ਦਾ ਰੂਪ ਹੁੰਦਾ ਹੈ, ਉਹ ਕਿੰਨੀ ਮਿਹਨਤ ਕਰਕੇ ਖੇਤਾਂ 'ਚ ਸਭ ਕੁਝ ਉਗਾਉਂਦਾ ਹੈ। ਪਰ ਇਹ ਜਦ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਹਟਣਾ ਨਹੀਂ ਉਰੇ ਤੋਂ। ਇਹ ਧੱਕਾ ਕਿੱਦਾਂ ਬੰਦ ਹੋਏਗਾ? ਤੁਹਾਨੂੰ ਕੀ ਲੱਗਦਾ ਹੈ? ਉਹ ਤਾਂ ਜੇ ਤੁਸੀਂ ਚੁੱਪ ਰਹਿੰਦੇ ਹੋ ਤਾਂ ਫਿਰ ਯਤਨ ਕਰਨਗੇ, ਫਿਰ ਤੁਹਾਨੂੰ ਚੱਕਣਗੇ। ਕਿਸ ਤਰ੍ਹਾਂ ਇਹ ਧੱਕਾ ਜਿਹੜਾ ਹੋ ਰਿਹਾ ਕਿਸ ਤਰ੍ਹਾਂ ਬੰਦ ਹੋ ਸਕਦਾ? ਕੀ ਸੋਚਦੇ ਹੋ ਤੁਸੀਂ ਕਿ ਕਿੱਦਾਂ ਠੱਲ ਪਾਈ ਜਾ ਸਕਦੀ ਸੀ? ਸਾਡੇ ਨਾਲ ਜਿੰਨਾ ਮਰਜ਼ੀ ਧੱਕਾ ਹੋ ਜੇ ਅਸੀਂ ਨਹੀਂ ਹਟਦੇ ਪਿੱਛੇ ਜਦ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ। ਚਾਹੇ ਸਰਕਾਰ ਜਿੰਨੀ ਮਰਜ਼ੀ ਹਰਕਤ ਕਰ ਲੇ, ਅਸੀਂ ਵੀ ਨਹੀਂ ਹਟਦੇ। ਜਿਸ ਤਰ੍ਹਾਂ ਸਰਕਾਰ ਚੱਲਦੂ ਅਸੀਂ ਵੀ ਉਸ ਤਰ੍ਹਾਂ ਚੱਲਾਂਗੇ। ਪਰ ਸ਼ਾਂਤੀ ਹੈ ਸਾਡਾ ਜੋ ਵੀ ਹੈ। ਮਟਕਾ ਚੌਕ 'ਚ ਅਸੀਂ ਦਸੰਬਰ ਦੇ ਲਾ ਰਹੇ ਹਾਂ ਉਰੇ, ਕੋਈ ਵੀ ਅਜੀ ਹੁੱਲੜਬਾਜੀ ਨਹੀਂ ਹੋਈ ਸਾਡੇ, ਕਿਸੇ ਵੀ ਭਰਾ ਨੇ ਨਹੀਂ ਕਰੀ। ਆਪਣੇ ਆਪ ਮੇਨਟੇਨ ਕਰ ਰਹੇ ਸਾਰਾ ਕੁਝ, ਕਤਰਾ ਕੁਚਰਾ ਜੋ ਵੀ ਸਭ ਮੇਨਟੇਨ ਕਰ ਰਹੇ ਆ। ਪਰ ਐਦਾਂ ਦੀ ਗੱਲ ਕੋਈ ਨਹੀਂ, ਜਿਸ ਤਰ੍ਹਾਂ ਸਰਕਾਰ ਕਰ ਰਹੀ ਆਪਾਂ ਵੀ ਉਸ ਤਰ੍ਹਾਂ ਹੀ ਚੱਲ ਰਹੇ ਨੇ। ਬਾਕੀ ਕੱਲ੍ਹ ਇੱਥੇ ਬੋਰਡ ਲਾਇਆ ਸੀਗਾ ਇੱਕ, ਅਸੀਂ ਤਾਂ ਹਿੰਦੂ ਨੂੰ ਵੀ ਭਰਾ ਮੰਨਦੇ ਆ, ਸਿੱਖ ਤਾਂ ਅਸੀਂ ਹੈ ਹੀ ਆ, ਕ੍ਰਿਸਚਨ ਵਗੈਰਾ ਸਾਨੂੰ ਭਰਾ ਮੰਨਦੇ ਆ। ਪਰ ਇੱਥੇ ਕੀ ਹੈ, ਕਈ BJP ਦੇ ਮੈਂਬਰ ਹੈ ਉਹ ਬੋਰਡ ਇੱਦਾਂ ਦਾ ਲਾਉਂਦੇ ਆ
ਵੀ ਉੱਥੇ ਹਿੰਦੂ ਲਿਖਿਆ ਹੁੰਦਾ, ਹਿੰਦੂ ਨਵਰਾਤਰੇ ਇਹ ਉਹ, ਪਰ ਇਹ ਅੱਜ ਤੋਂ ਮੈਂ ਪਹਿਲੀ ਵਾਰ ਦੇਖਿਆ ਜੇ ਮਟਕਾ ਚੌਕ ਤੇ ਇੱਕ ਬੋਰਡ ਲੱਗਿਆ ਹੋਇਆ ਸੀਗਾ ਔਰ ਕੱਲ ਪੁਲਿਸ ਪ੍ਰਸ਼ਾਸਨ ਨੇ ਤਾਰਿਆ। ਅਸੀਂ ਉੱਥੇ ਵਿਸਾਖੀ ਦਾ ਲਾਣਾ ਸੀਗਾ ਉਹਦੇ ਨਾਲ, ਜੇ ਇਹ ਲਾ ਸਕਦੇ ਅਸੀਂ ਨਹੀਂ ਲਾ ਸਕਦੇ। ਸਾਨੂੰ ਨਾ ਕਰੀ ਜਾਂਦੇ ਆ ਉਰੇ ਝੰਡਾ ਲਾਣੇ ਤੇ, ਅਸੀਂ ਚਲੋ ਕੋਈ ਨਾ ਸਰਕਾਰ ਆ ਆਪਾਂ ਕੀ ਕਰੀਏ, ਉਰੇ ਨਹੀਂ ਲਾਵਾਂਗੇ ਆਪਣੀ ਸੇਫਟੀ ਵਾਸਤੇ, ਪਰ ਇਹ ਤਾਂ ਆਪਣੇ ਝੰਡੇ ਲਾਈ ਜਾਂਦੇ, ਆਪਣੇ ਬੈਨਰ ਲਾਈ ਜਾਂਦੇ ਆ ਉਰੇ। ਤੁਸੀਂ ਕਹਿ ਰਹੇ ਹੋ ਕਿ ਜੋ ਪ੍ਰਸ਼ਾਸਨ ਹੈ ਜਾਂ ਕੁਝ ਲੋਕ ਜਿਹੜੇ ਹੈਗੇ ਆ ਕਿਸਾਨ ਵਿਰੋਧੀ ਲੋਕ ਨੇ ਜੋ ਉਹ ਹਿੰਦੂ ਸਿੱਖ ਬਣਾਉਣ ਦਾ ਯਤਨ ਕਰ ਰਹੇ ਨੇ ਇਸ ਗੱਲ ਨੂੰ, ਤਾਂ ਕਿ ਹਿੰਦੂ ਸਿੱਖ ਬਣਾ ਕੇ ਆਪਸ ਵਿੱਚ ਫੁੱਟ ਪਵਾ ਕੇ ਤੇ ਚੱਕਿਆ ਜਾਵੇ। ਸੋ ਪਰ ਲੋਕਾਂ ਦਾ ਜਿਹੜਾ ਹੈਗਾ ਸਹਿਯੋਗ ਹੈ ਉਹ ਤੁਹਾਨੂੰ ਕਿਸ ਤਰ੍ਹਾਂ ਦਾ ਰਹਿੰਦਾ? ਤੁਸੀਂ ਰੋਜ਼ ਆਉਂਦੇ ਹੋ ਇੱਥੇ? ਹਾਂਜੀ, ਮੈਨੂੰ ਹਫਤਾ ਹੋ ਗਿਆ ਇੱਥੇ ਆਉਂਦੀ ਨੂੰ। ਹਫਤਾ ਹੋ ਗਿਆ ਤੇ ਲੋਕ ਤੁਸੀਂ ਇੱਥੇ ਖੜਦੇ ਹੋ ਤਾਂ ਲੋਕਾਂ ਦਾ ਸਹਿਯੋਗ ਕਿਸ ਤਰ੍ਹਾਂ ਦਾ ਰਹਿੰਦਾ? ਜੋ ਲੋਕਲਸ ਹੈਗੇ ਚੰਡੀਗੜ੍ਹ ਦੇ ਕਿਸ ਤਰ੍ਹਾਂ ਉਹ ਸਹਿਯੋਗ ਕਰਦੇ ਆ? ਤੁਹਾਨੂੰ ਲੱਗਦਾ ਕਿ ਬਹੁਤ ਗਿਣਤੀ ਲੋਕ ਜਿਹੜੇ ਤੁਹਾਡੇ ਹੱਕ ਦੇ ਵਿੱਚ ਆ ਇਸ ਅੰਦੋਲਨ ਦੇ? ਹਾਂਜੀ, ਬਹੁਤ ਜ਼ਿਆਦਾ ਲੋਕ ਨੇ, ਬਹੁਤ ਜ਼ਿਆਦਾ ਸਹਿਯੋਗ ਕਰਦੇ। ਈਵਨ ਬਾਪੂ ਜੀ ਇੱਥੇ ਇਕੱਲੇ ਹੁੰਦੇ ਸੀਗੇ, 6 ਮਾਰਚ ਦੇ ਬੈਠੇ ਨੇ ਉਹ, ਲੋਕਲ ਵਾਲਿਆਂ ਨੇ ਆ ਕੇ ਉਹਨਾਂ ਨੂੰ ਖਾਣਾ ਦਿੱਤਾ ਆ, ਉਹਨਾਂ ਦੇ ਨਾਲ ਖੜੇ ਨੇ। ਤੇ ਇਹ ਉਦੋਂ ਤੱਕ ਖੜਾਂਗੇ ਆਪਾਂ ਜਦੋਂ ਤੱਕ ਸਾਨੂੰ ਸਾਡੇ ਹੱਕ नहीं मिलते। तो किसानों को सपोर्ट करने के लिए किसान होना ज़रूरी नहीं, बस हमारी ज़िंदगी में किसानों की अहमियत का पता होना ज़रूरी है। तुसी किसान फैमिली ਦੇ ਨਾਲ ਸੰਬੰਧ ਰੱਖਦੇ ਹੋ ਕਿ ਤੁਸੀਂ ਲੋਕ? ਜੀ, ਮੈਂ ਸੰਬੰਧ ਤੇ ਰੱਖਦੀ ਆ, ਬਟ ਕਈ ਹੈਗੇ ਨੇ ਇੱਥੇ ਜਿਹੜੇ ਨਹੀਂ ਵੀ ਰੱਖਦੇ। ਜੇ ਅੱਜ ਕਿਸਾਨ ਨਹੀਂ ਹੋਣਗੇ ਕੱਲ ਨੂੰ ਇਹ ਰੋਟੀ ਕਿੱਥੋਂ ਖਾਣਗੇ? ਪਹਿਲੀ ਗੱਲ ਇਹੀ ਆਉਂਦੀ ਹੈ ਕਿ ਇਹ ਆਪਣਾ ਪੇਟ ਕਿੱਦਾਂ ਭਰਨਗੇ। ਇੱਕ ਤਾਂ ਸਮਰਥਨ ਕਰਨਾ ਹੁੰਦਾ ਕਿ ਤੁਸੀਂ ਕਿਸਾਨ ਹੋ ਤਾਂ ਡੈਫੀਨਿਟਲੀ ਕਿਸਾਨਾਂ ਦਾ ਸਮਰਥਨ ਤੁਸੀਂ ਕਰੋਗੇ ਹੀ, ਪਰ ਤੁਸੀਂ ਜਦੋਂ ਲੋਕਲਸ ਵਿੱਚ ਇੱਥੇ ਵਿਚਰਦੇ ਹੋ, ਤੁਹਾਡਾ ਵੀ ਫਰੈਂਡ ਸਰਕਲ ਹੋਊਗਾ, ਤੁਸੀਂ ਇੱਥੇ ਦੇ ਵਸਨੀਕ ਹੋ, ਕਿਸ ਤਰ੍ਹਾਂ ਦਾ ਜਿਹੜਾ ਰਿਸਪੌਂਸ ਲੋਕਾਂ ਵੱਲੋਂ ਮਿਲਦਾ ਹੈ, ਕਿਸ ਤਰ੍ਹਾਂ ਦੀ ਗੱਲਬਾਤ ਹੁੰਦੀ ਆ, ਉਹ ਕੀ ਸੋਚਦੇ ਆ? ਦੇਖੋ, ਫਸਟ ਆਫ ਆਲ ਇਹ ਡੈਮੋਕ੍ਰੇਸੀ ਕਹਿੰਦੇ ਨੇ, ਪਰ ਇੱਥੇ ਡੈਮੋਕ੍ਰੇਸੀ ਹੈ ਹੀ ਨਹੀਂ। ਕੋਈ ਬੰਦਾ ਆਪਣੀ ਆਵਾਜ਼ ਨਹੀਂ ਚੁੱਕ ਸਕਦਾ, ਕੋਈ ਬੰਦਾ ਆਪਣੇ ਹੱਕ ਲਊਗਾ ਤੇ ਉਹ ਮਰੂਗਾ। ਹੁਣ ਇਹ ਕਿਸਾਨ ਨਹੀਂ ਨੇ, ਬਟ ਇਹ ਰੋਜ਼ ਆਉਂਦੇ ਨੇ, ਇੱਥੇ ਖੜ੍ਹਦੇ ਨੇ, ਕਿਉਂ? ਸਿਰਫ ਰੋਟੀ ਕਰਕੇ। ਜੇ ਅੱਜ ਕਿਸਾਨ ਨਹੀਂ ਹੋਣਗੇ ਤੇ ਆਪਾਂ ਵੀ ਨਹੀਂ ਹੋਵਾਂਗੇ। ਕੋਈ ਬੰਦਾ ਰਹਿ ਹੀ ਨਹੀਂ ਸਕਦਾ ਇੱਥੇ। ਲਗਾਤਾਰ ਤੁਸੀਂ ਇੱਥੇ ਰੋਜ਼ ਖੜ੍ਹਦੇ ਹੋ ਆ ਕੇ, ਤਾਂ ਜੋ ਦੁਨੀਆ ਭਰ ਦੇ ਵਿੱਚ ਜਾਂ ਕਿਸਾਨ ਅੰਦੋਲਨ ਦੀ ਜੋ ਹਮਾਇਤ ਕੀਤੀ ਜਾਂਦੀ ਹੈ ਜਾਂ ਸੰਘਰਸ਼ ਜਿਹੜਾ ਹੈਗਾ ਦਿੱਲੀ ਦੇ ਬਾਰਡਰਾਂ ਦੇ ਉੱਤੇ ਚੱਲ ਰਿਹਾ ਹੈ, ਉਸ ਦੇ ਬਾਰੇ ਪੂਰੀ ਜਾਣਕਾਰੀ ਰੱਖਦੇ ਹੋ? ਰੋਜ਼ ਜੁੜੇ ਹੋਏ ਹੋ? ਹਾਂਜੀ, ਮੈਨੂੰ ਵੀ ਹਫਤਾ ਹੋ ਗਿਆ ਇੱਥੇ ਆਂਦੇ। ਬਹੁਤ ਜ਼ਿਆਦਾ ਲੋਕ ਸਹਿਯੋਗ ਵੀ ਦੇ ਰਹੇ ਹੈ। ਨਾਲ ਸੋਸ਼ਲ ਮੀਡੀਆ, ਅੱਜ ਕੱਲ੍ਹ ਇੰਨਾ ਫਾਇਦਾ ਸੋਸ਼ਲ ਮੀਡੀਆ ਦਾ। ਹਰ ਕੋਈ, ਕੱਲ੍ਹ ਬਾਪੂ ਜੀ ਨਾਲ ਘਟਨਾ ਵਾਪਰੀ, ਅੱਧੇ ਘੰਟੇ ਦੇ ਵਿੱਚ ਇੱਥੇ 40-50 ਲੋਕ ਸੀਗੇ, ਸਾਰੇ ਇਕੱਠੇ ਹੋ ਕੇ ਬੋਲੇ ਤੇ ਪ੍ਰਸ਼ਾਸਨ ਦੀ ਹਾਰ ਹੀ ਹੋਈ ਹੈ ਤੇ ਸਾਡੀ ਕਿਸਾਨਾਂ ਦੀ ਜਿੱਤ ਹੋਈ ਹੈ। ਤੁਸੀਂ ਦੇਖਦੇ ਹੋ, ਪੜ੍ਹੇ ਲਿਖੇ ਹੋ, ਅਸੀਂ ਆਪਣੇ ਫਿਊਚਰ ਦੀ ਤੁਸੀਂ ਉਮੀਦ ਰੱਖਦੇ ਹੋ। ਸਰਕਾਰਾਂ ਕਿਸ ਤਰ੍ਹਾਂ ਦੀਆਂ, ਤੁਸੀਂ ਕਿਸ ਤਰ੍ਹਾਂ ਦੀ ਸਰਕਾਰਾਂ ਚਾਹੁੰਦੇ ਹੋ? ਤੇ ਪਰ ਜਿਹੜੇ ਸਰਕਾਰਾਂ ਦੇ ਵਿੱਚ ਮੰਤਰੀ ਆ, ਉਹਨਾਂ ਦੇ ਲਗਾਤਾਰ ਇਸ ਤਰ੍ਹਾਂ ਦੇ ਬਿਆਨ ਆ ਰਹੇ ਆ ਕਿ ਇਹ ਜਿਹੜੇ ਹੈਗੇ ਨੇ ਤਾਂ ਉੱਥੇ ਠੱਗ ਬੈਠੇ ਆ, ਚੋਰ ਬੈਠੇ ਆ, ਕਿਸਾਨ ਤਾਂ ਹੁਣ ਵਾਪਸ ਮੁੜਿਆ ਆ। ਜਿਹੜੇ ਸਰਕਾਰਾਂ ਦੇ ਵਿੱਚੋਂ ਮੰਤਰੀ ਜਿਹੜੇ ਹੈਗੇ ਉਹਨਾਂ ਦੇ ਇਸ ਤਰ੍ਹਾਂ ਦੇ ਬਿਆਨ ਆਉਂਦੇ ਆ, ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਬਿਆਨਾਂ ਨੂੰ? ਮੰਤਰੀਆਂ ਦਾ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਵੋਟਾਂ ਦੀ ਹੇਰਾਫੇਰੀ ਕਰਕੇ ਤਾਂ ਜਿੱਤੇ ਪਏ ਆ। ਹੁਣ ਤੁਸੀਂ ਦੇਖੋ, ਜਦੋਂ ਵੀ ਕੋਈ ਨੀਤੀ ਬਣਾਉਣ ਦੇ ਟਾਈਮ ਆਪਾਂ ਕੀ ਐਕਸਪਰਟ ਬਿਠਾ ਤਾਂ ਲੈਂਦੇ, ਉਹ ਸਾਰੀ ਪ੍ਰੋਬਲਮ ਗਿਣਵਾ ਦਿੰਦੇ ਵੀ ਆਹ ਪ੍ਰੋਬਲਮ ਇੱਥੇ ਆ, ਆਪਾਂ ਨੂੰ ਸੋਲੂਸ਼ਨ ਕਰਨਾ ਚਾਹੀਦਾ। ਬਟ ਜਦੋਂ ਸੋਲੂਸ਼ਨ ਲੱਭਣ ਦੀ ਗੱਲ ਆ ਜਾਂਦੀ ਹੈ ਤਾਂ ਉਦੋਂ ਮੋਦੀ ਗਵਰਨਮੈਂਟ ਦੇ ਚਮਚੇ ਬਹਿ ਜਾਂਦੇ, ਜਿਨ੍ਹਾਂ ਦਾ ਕੋਈ ਐਜੂਕੇਸ਼ਨ ਬੈਕਗਰਾਊਂਡ ਦੇਖੀਏ ਕਿ ਸਟਰੋਂਗ ਹੋਵੇ, ਜਿਨ੍ਹਾਂ ਦੀ ਗ੍ਰੈਜੂਏਸ਼ਨ ਤਾਂ ਕੰਪਲੀਟ ਨਹੀਂ ਹੈ, ਪੈਸੇ ਦੇ ਕੇ ਡਿਗਰੀਆਂ ਖਰੀਦੀਆਂ ਹੋਈਆਂ, ਉਹ ਬੰਦੇ ਕੀ ਆ ਸਾਡੇ ਲਈ ਪਾਲਿਸੀ ਬਣਾ ਦਿੰਦੇ ਆ। ਹੁਣ ਤੁਸੀਂ ਦੇਖੋ, ਜਦੋਂ ਵੀ ਕੋਈ ਪਾਲਿਸੀ ਆਉਂਦੀ ਹੈ, ਪਹਿਲੀ ਗੱਲ ਪਲੈਨਿੰਗ ਕਰਨਗੇ। ਪਹਿਲੀ ਗੱਲ ਤਾਂ ਇਹਨਾਂ ਦੀ ਪਲੈਨਿੰਗ ਬਿਲਕੁਲ ਸਹੀ ਨਹੀਂ ਆ। ਪਲੈਨਿੰਗ ਮਾੜੀ ਮੋਟੀ ਕਰਦੇ ਆ ਤਾਂ ਉਹਦੀ ਇੰਪਲੀਮੈਂਟੇਸ਼ਨ 'ਚ ਪੱਠਾ ਪਾ ਦਿੰਦੇ ਆ ਦੇਸ਼ ਦਾ। ਤੁਸੀਂ ਡੀਮੋਨੀਟਾਈਜੇਸ਼ਨ ਤੋਂ ਦੇਖ ਕੇ ਜਿੰਨੇ ਮਰਜ਼ੀ ਤੁਸੀਂ ਦੇਖ ਲਓ, ਜਿੰਨੀ ਵੀ ਪਾਲਿਸੀਜ਼ ਆਈਆਂ, ਇਹਨਾਂ ਦੇ ਹਰ ਇੱਕ ਦੇ ਰੋਂਗ ਇੰਪੈਕਟ ਪਏ ਆਪਣੀ ਇਕਨੋਮੀ 'ਤੇ। ਹੁਣ ਤੁਸੀਂ ਦੇਖੋ, ਅਗਰ ਆਪਾਂ ਐਗਰੀਕਲਚਰ ਸੈਕਟਰ ਦਾ ਦੇਖੀਏ ਕਿ ਜਦੋਂ ਤੋਂ ਇਹਨਾਂ ਨੇ ਬਿੱਲ ਪਾਸ ਕੀਤੇ, 26 ਨਵੰਬਰ ਤੋਂ ਕਿਸਾਨ ਉੱਧਰ ਜਾ ਕੇ ਬਹਿ ਗਿਆ ਔਰ ਦਸੰਬਰ ਸਟਾਰਟਿੰਗ ਤੋਂ ਅਸੀਂ ਆ ਰਹੇ ਹਾਂ, ਰੈਗੂਲਰ ਆ ਰਹੇ ਹਾਂ। ਅਸੀਂ ਆਹ ਦੇਖ ਰਹੇ ਹਾਂ ਕਿ ਅਸੀਂ ਪਹਿਲਾਂ ਥੋੜ੍ਹੇ ਬੰਦੇ ਆ ਰਹੇ ਸੀਗੇ, ਬਟ ਜਦੋਂ ਟਾਈਮ ਬੀਤਦਾ ਗਿਆ, ਹੋਰ ਲੋਕ ਸਾਡੇ ਨਾਲ ਜੁੜਦੇ ਗਏ। ਤੁਸੀਂ ਇੰਨਾ ਉਤਸ਼ਾਹ ਦੇਖੋਗੇ ਇੱਥੇ ਬੰਦਿਆਂ ਨਾਲ, ਜੋ ਤੁਸੀਂ ਖੜੋਗੇ ਨਾ ਸਾਡੇ ਨਾਲ, ਕਿ ਇੰਨਾ ਸਪੋਰਟ ਕਰਦੇ ਲੋਕਲ ਜੋ ਬੰਦੇ ਹੈਗੇ ਆ, ਉਹਨਾਂ 'ਚ ਤੁਸੀਂ ਆ ਨਹੀਂ ਦੇਖੋਗੇ ਕਿ ਕਿਸਾਨ ਸਾਨੂੰ ਸਪੋਰਟ ਕਰਦੇ ਆ। ਕਿਸਾਨਾਂ ਨਾਲ ਸਟੂਡੈਂਟ ਹੈ, ਮਜ਼ਦੂਰ ਵਰਗ ਹੈ, ਉਹ ਵੀ ਸਾਨੂੰ ਸਪੋਰਟ ਕਰਦਾ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਜੋ ਬਿੱਲਾਂ 'ਚ ਜੋ ਕਾਲਾ ਹੈਗਾ ਨਾ, ਉਹ ਕਾਲਾ ਸਿਰਫ ਕਿਸਾਨਾਂ ਲਈ ਹਾਨੀਕਾਰਕ ਨਹੀਂ ਆ, ਉਹਨਾਂ ਦਾ ਸਭ ਤੋਂ ਜ਼ਿਆਦਾ ਇੰਪੈਕਟ ਨਾਰਮਲ ਬੰਦੇ ਦੇ ਪੈਣਾ, ਕਿਉਂਕਿ ਰੋਟੀ ਮਹਿੰਗੀ ਹੋ ਜਾਣੀ ਆ। ਅਗਰ ਬੰਦਾ ਰੋਟੀ ਦੀ ਇੱਕ ਗਿਰਫਤ ਤੋਂ ਨਹੀਂ ਨਿਕਲੂਗਾ ਤਾਂ ਫਿਰ ਤਾਂ ਉਹ ਨਾ ਤਾਂ ਐਜੂਕੇਸ਼ਨ ਬਾਰੇ ਸੋਚੂਗਾ, ਨਾ ਉਹ ਪੋਸਟਾਂ ਬਾਰੇ ਸੋਚੂਗਾ ਵੀ ਮੈਂ ਅੱਛਾ ਪੜ੍ਹਾਂ ਲਿਖਾਂ, ਅੱਛੀ ਪੋਸਟਾਂ 'ਤੇ ਜਾਵਾਂ। ਇਹ ਰੋਂਗ ਇੰਪੈਕਟ ਪੈ ਰਿਹਾ। ਤੁਸੀਂ ਦੇਖੋ ਕਿ ਇਕਨੋਮੀ ਜਾ ਕਿੱਧਰ ਰਹੀ ਹੈ, ਕਿਉਂਕਿ ਉਹਨਾਂ ਨੇ ਜਿੱਦਾਂ ਐਜੂਕੇਸ਼ਨ ਸਿਸਟਮ ਹੀ ਬੰਦ ਕਰ ਦਿੱਤੇ ਨੇ, ਲੋਕੀ ਅਵੇਅਰ ਨਾ ਹੋਣ ਕਿਸੇ ਚੀਜ਼ ਦੇ, ਪੜ੍ਹਨ ਨਾ, ਬਾਕੀ ਸਾਰਾ ਕੁਝ ਖੁੱਲ੍ਹਾ ਹੈ, ਉੱਥੇ ਨਹੀਂ ਕਰੋਨਾ ਜਾਂਦਾ। ਐਜੂਕੇਸ਼ਨ ਸਿਸਟਮ ਦੇ ਵਿੱਚ ਜ਼ਿਆਦਾ ਕਰੋਨਾ ਆ ਰਿਹਾ ਹੈ। ਇਹ ਚਾਹੁੰਦੇ ਨਹੀਂ ਕਿ ਬੱਚੇ ਹੁਣ ਪੜ੍ਹਨ, ਅਵੇਅਰ ਹੋਣ, ਉਹਨਾਂ ਨੂੰ ਸਾਰਾ ਕੁਝ ਪਤਾ ਲੱਗੇ।
ਕੀ ਲੱਗ ਰਿਹਾ ਹੈ ਕਿ ਸਰਕਾਰ ਦੀ ਜਿਹੜੀ ਹੁਣ ਨੀਅਤ ਕਿਸ ਤਰ੍ਹਾਂ ਦੀ ਲੱਗਦੀ ਹੈ? ਹੁਣ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਵੀ ਬਿਆਨ ਆਉਂਦਾ ਹੈ ਕਿ ਸਾਡੇ ਵੱਲੋਂ ਜਿਹੜਾ ਹੈਗਾ ਰਾਹ ਖੁੱਲ੍ਹਾ ਹੈ, ਪਰ ਜਦੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਕਹਿੰਦੇ ਆ ਕਿ ਸਾਨੂੰ ਕੋਈ ਆਫੀਸ਼ੀਅਲੀ ਕੋਈ ਇਸ ਤਰ੍ਹਾਂ ਦਾ ਲੈਟਰ ਨਹੀਂ ਆਉਂਦਾ, ਸਿਰਫ ਗੱਲੀ ਬਾਤੀ ਇਹ ਗੱਲਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ। ਕਿਸ ਤਰ੍ਹਾਂ ਦੀ ਨੀਅਤ ਲੱਗਦੀ ਹੈ ਸਰਕਾਰ ਦੀ ਕਿ ਕੁਝ ਬਣੇਗਾ? ਸਰਕਾਰ ਦੀ ਜੇ ਨੀਅਤ ਸਾਫ਼ ਹੈ ਤਾਂ ਕਾਨੂੰਨ ਵਾਪਸ ਲਵੇ। ਕਿਸਾਨਾਂ ਨੂੰ ਪੁੱਛ ਕੇ ਤਾਂ ਕਾਨੂੰਨ ਬਣਾਏ ਨਹੀਂ ਹੈਗੇ, ਕਿਉਂਕਿ ਕਾਨੂੰਨ ਰੋਜ਼ ਕਹਿ ਰਹੇ ਆ ਵੀ ਕਿਸਾਨਾਂ ਵਾਸਤੇ ਕਾਨੂੰਨ ਨੇ, ਫਿਰ ਕਿਸਾਨਾਂ ਨੂੰ ਜੇ ਚੰਗੇ ਹੁੰਦੇ ਤਾਂ ਕਿਸਾਨਾਂ ਨੇ ਮੰਨ ਹੀ ਲੈਣੇ ਸੀਗੇ। ਕਾਨੂੰਨ ਕਾਲੇ ਨੇ ਤੇ ਵਾਪਸ ਲੈ ਲੈਣੇ ਚਾਹੀਦੇ ਨੇ ਗਵਰਨਮੈਂਟ ਨੂੰ। ਸੋ ਜੋ ਘਟਨਾਕ੍ਰਮ ਇੱਥੇ ਵਾਪਰਦਾ, ਫਿਰ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ, ਜਦੋਂ ਕੱਲ ਤੁਹਾਡੇ ਨਾਲ ਪੁਲਿਸ ਪ੍ਰਸ਼ਾਸਨ ਧੱਕਾ ਮੁੱਕੀ ਕਰਨ ਦਾ ਯਤਨ ਕਰਦਾ ਹੈ, ਸਾਰੇ ਤੁਹਾਡੀ ਸਪੋਰਟ ਵਿੱਚ ਆ ਜਾਂਦੇ ਆ, ਕਿਸ ਤਰ੍ਹਾਂ ਦਾ ਹੌਸਲਾ ਬਣਦਾ ਫਿਰ? ਜਦੋਂ ਬਾਬਾ ਬੰਦੇ ਦਾ ਬੰਦਾ ਹੌਸਲਾ ਦਿੰਦਾ ਤੇ ਫਿਰ ਉਹ ਬੰਦਾ ਦੂਣਾ ਹੋ ਜਾਂਦਾ। ਦੋ ਲੜਦੇ ਹੁੰਦੇ ਨੇ, ਇੱਕ ਮਗਰੋਂ ਆਖੇ ਮੈਂ ਆਇਆ, ਪਰਵਾਹ ਨਾ ਕਰ, ਦੂਜਾ ਭੱਜ ਜਾਂਦਾ ਭੈਣ ਚੋ ਖੜੀ ਪੈਰੀ। ਚਲੋ ਬਾਬਾ ਜੀ ਦੇ ਜਿਹੜੇ ਹੌਸਲੇ ਨੇ ਉਹ ਬੁਲੰਦ ਨੇ, ਲੋਕਾਂ ਦਾ ਜਿਹੜਾ ਹੈਗਾ ਭਰਪੂਰ ਸਾਥ ਹੈ। ਜੇ ਇਸ ਤਰ੍ਹਾਂ ਦੀ ਘਟਨਾ, ਸਾਰਿਆਂ ਦਾ ਕਹਿਣਾ ਕੋਈ ਦੁਬਾਰਾ ਇੱਥੇ ਵਾਪਰਦੀ ਹੈ ਜਾਂ ਕੋਈ ਇਸ ਤਰ੍ਹਾਂ ਯਤਨ ਕਰਦਾ ਹੈ ਕਿ ਇਸ ਤਰ੍ਹਾਂ ਜਿਹੜਾ ਹੈਗਾ ਸੰਘਰਸ਼ ਨੂੰ ਇੱਥੋਂ ਚੱਕਿਆ ਜਾਵੇ, ਤਾਂ ਉਹ ਇਕੱਠੇ ਹੋਣਗੇ ਤੇ ਉਹਨਾਂ ਲੋਕਾਂ ਦਾ ਵਿਰੋਧ ਕਰਨਗੇ, ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਨਿਰਭੈ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ, ਚੰਡੀਗੜ੍ਹ।